बरन सके महिमा जो तिहारी। हम ना सकत कर सिफत तुम्हारी। आप ले हो तुम कथा सुधारी। ज्यों मीना बिन पानिए त्यों साकत मरै प्यास। त्यों हर बिन मरिए रे मना। जो बिरथा जावे सास त्यों हर बिन मरिए रे मना। जो बिरथा जावे सास बेशुमार अथाह अगंत तोले। ज्यों बुलावो त्यों नानक दास बोले। गुरु रूप गुरु की साजी हुई साध संगत जी गुरबाणी के विचार नूं आरंभ करिए। प्रथम प्यार सहित आखो जी वाहिगुरु जी का खालसा वाहिगुरु जी की फतेह। अज दा जो बचन है हुक्मनामा साहिब है। ये राग जैतसरी दे विच गुरु अर्जन देव जी महाराज का शब्द है जो कि 702 अंग ते साहिब श्री गुरु ग्रंथ साहिब जी विच दर्ज है, अंकित है। गुरु साहिब जी ने इस शब्द दे अंदर कुछ पंछियां दियां उदाहरणां लैके उसनूं मनुख दी सुरती ते प्रेम दे नाल जोड़िया है। कई दफ़ा ऐसा वेखण विच आउंदा कि कुछ जिहड़े पंछी हन उन्हां दी कुछ ऐसी प्रीत है कुछ चीज़ां दे नाल जिन्हां तो बिना वो रह नहीं सकते, जिन्हां तो बिना उन्हां दी जिंदगी बचदी नहीं, खत्म हो जाती है। तो वो सिर्फ प्रेम आ उन्हां दा, ते प्रेम ऐसा है कि उहदे बिना जिउंदे नहीं रह सकते। इन्नी ज़्यादा उन्हां दे अंदर तड़फ आ। तां उही कुछ पंछी आ ਉਹਦੇ ਵਿੱਚ ਗੁਰੂ ਸਾਹਿਬ ਜੀ ਨੇ ਇੱਕ ਚਾਤਰਿਕ ਦੀ, ਜਿਹਨੂੰ ਪਪੀਹਾ ਜਾਂ ਬਬੀਹਾ ਕਹਿੰਦੇ ਆਪਾਂ, ਉਹਦੀ ਉਦਾਹਰਨ ਲਈ ਆ। ਇੱਕ ਚੱਕਵੀ ਆ ਪੰਛੀ, ਜਿਹਨੂੰ ਚੱਕਵਾ ਕਹਿੰਦੇ ਆ, ਚੱਕਵੀ ਕਹਿੰਦੇ ਆ। ਸੂਰਜ ਨੇ ਦੀ ਪ੍ਰੀਤ ਹੁੰਦੀ ਹੈ, ਉਹਦੀ ਉਦਾਹਰਨ। ਪਾਣੀ ਵਿੱਚ ਰਹਿਣ ਵਾਲੀ ਜਿਹੜੀ ਮੱਛੀ ਆ ਮੀਨਾ, ਜਿਹਨੂੰ ਮੀਨ ਕਹਿੰਦੇ ਆ, ਤੇ ਉਹਦੀ ਉਦਾਹਰਨ ਆ ਜਿਹੜੀ ਪਾਣੀ ਬਿਨਾਂ ਨਹੀਂ ਜਿਉਂਦੀ ਰਹਿ ਸਕਦੀ। ਇਹਨਾਂ ਦੀਆਂ ਉਦਾਹਰਨਾਂ ਦੇ ਕੇ ਗੁਰੂ ਸਾਹਿਬ ਜੀ ਨੇ ਇੱਕ ਗੁਰਸਿੱਖ ਦੀ ਜਿਹੜੀ ਤੜਫ ਆ, ਉਹਦੀ ਅਰਜ਼ੋਈ ਆ ਪਰਮਾਤਮਾ ਅੱਗੇ, ਆਪਣੇ ਗੁਰੂ ਅੱਗੇ, ਉਹਨੂੰ ਖੂਬ ਬਿਆਨ ਕੀਤਾ, ਬਹੁਤ ਸੋਹਣਾ। ਸੋ ਆਓ ਆਪਾਂ ਇਹਨੂੰ ਵਿਚਾਰੀਏ। ਜੈਤ ਸਰੀ ਮਹੱਲਾ ਪੰਜਵਾ। राग है जैत सरी
ਮਹੱਲਾ ਪੰਜਵਾਂ ਤੋਂ ਭਾਵ ਪੰਜਵੇਂ ਗੁਰੂ ਦੀ ਇਹ ਬਾਣੀ ਆ, ਗੁਰੂ ਅਰਜਨ ਦੇਵ ਜੀ ਦੀ। ਚਾਤ੍ਰਿਕ ਚਿਤਵਤ ਬਰਸਤ ਮੇਹ। ਜਿਸ ਤਰ੍ਹਾਂ ਕਿ ਹੁਣ ਬਾਰਿਸ਼ ਦਾ ਮੌਸਮ ਆ, ਗੁਰੂ ਅਰਜਨ ਦੇਵ ਜੀ ਕਹਿੰਦੇ ਬਿਲਕੁਲ ਜਦੋਂ ਇਹ ਮੌਸਮ ਹੁੰਦਾ, ਹੋ ਸਕਦਾ ਸਾਨੂੰ ਕਈ ਵਾਰ ਇਹਦੇ ਨਾਲ ਪਰੇਸ਼ਾਨੀ ਹੋਵੇ। ਅਸੀਂ ਆਪਣੇ ਹਿਸਾਬ ਨਾਲ ਸੋਚਦੇ ਹਾਂ ਕਿ ਫਸਲ ਜਦੋਂ ਉੱਗੀ ਹੋਵੇ ਅਤੇ ਜ਼ਿਆਦਾ ਮੀਂਹ ਪਵੇ ਉਹ ਸਾਡੇ ਲਈ ਦੁਖਦਾਈ ਹੁੰਦੀ ਆ। ਜੇ ਔੜ ਲੱਗ ਜਾਵੇ ਤਾਂ ਵੀ ਅਸੀਂ ਦੁਖੀ ਹੁੰਦੇ ਹਾਂ। ਤਾਂ ਇਸ ਕਰਕੇ ਪਰ ਜਿਹੜਾ ਇਹ ਪਪੀਹਾ ਚਾਤ੍ਰਿਕ ਪੰਛੀ ਆ, ਇਹ ਚਾਹੁੰਦਾ ਹੀ ਰਹਿੰਦਾ ਕਿ ਮੀਂਹ ਪੈਂਦਾ ਰਹੇ। ਇਹਨੂੰ ਹੋਰ ਕੋਈ ਮਤਲਬ ਨਹੀਂ, ਇਹਨੂੰ ਸਿਰਫ ਮੀਂਹ ਦੇ ਨਾਲ ਪ੍ਰੀਤ ਹੈ, ਇਹਦੀ ਪਾਣੀ ਦੇ ਨਾਲ, ਉਹਨਾਂ ਬੂੰਦਾਂ ਦੇ ਨਾਲ। ਇਹ ਚਾਹੁੰਦਾ ਕਿ ਇਹ ਬਰਸਾਤ ਹੁੰਦੀ ਰਹੇ। ਜਦੋਂ ਬਰਸਾਤ ਨਹੀਂ ਹੁੰਦੀ, ਇਹ ਪ੍ਰਿਯੋ ਪ੍ਰਿਯੋ ਕਰੇ ਬਬੀਹਾ, ਪ੍ਰਿਯੋ ਪ੍ਰਿਯੋ ਕਰੇ ਜਲ ਨਿਧ ਪ੍ਰੇਮ ਪਿਆਰ। ਬਰਸਾਤ ਵਾਸਤੇ, ਮੀਂਹ ਵਾਸਤੇ ਇਹ ਆਵਾਜ਼ ਦਿੰਦਾ। ਜੇ ਪ੍ਰਿਯੋ ਪ੍ਰਿਯੋ ਕਰਦਾ, ਉਹਦੇ ਅਰਥ ਇਹ ਆ ਕਿ ਮੀਂਹ ਮੰਗਦਾ। ਇਹ ਚਾਹੁੰਦਾ ਕਿ ਵਰਸ਼ਾ ਹੋਵੇ, ਜਿੱਦਾਂ ਹੁਣ ਮੌਸਮ ਆ, ਇਹੋ ਜਿਹਾ ਮੌਸਮ ਇਹਨੂੰ ਪਸੰਦ ਆ। ਗੁਰੂ ਅਰਜਨ ਦੇਵ ਜੀ ਕਹਿੰਦੇ ਚਾਤ੍ਰਿਕ, ਚਾਤ੍ਰਿਕ ਕਹਿੰਦੇ ਆ ਪਪੀਹੇ ਨੂੰ। ਚਿਤਵਤ ਚਾਹੁੰਦਾ ਹੈ ਬਰਸਤ ਮੇਹ, ਕਿ ਮੀਂਹ ਪੈਂਦਾ ਰਹੇ ਅਤੇ ਮੇਰੇ ਦਿਲ ਦੇ ਵਿੱਚ ਖੁਸ਼ੀ ਬਣੀ ਰਹੇ। ਇਹ ਚਾਹੁੰਦਾ ਸਦਾ ਹੀ ਬਾਰਿਸ਼ ਹੁੰਦੀ ਰਹੇ, ਪਰ ਇੱਦਾਂ ਹੁੰਦਾ ਨਹੀਂ ਹੈਗਾ। ਪਰ ਫਿਰ ਵੀ ਇਹ ਚਾਹੁੰਦਾ ਵਾ, ਇਹਦੇ ਅੰਦਰ ਤੜਫ ਆ। ਸਦਾ ਨਾ ਤਾਂ ਮੌਸਮ ਉਹੋ ਜਿਹਾ ਰਹਿੰਦਾ ਹੈ, ਸਦਾ ਨਾ ਧੁੱਪ ਨਿਕਲਦੀ ਆ, ਸਦਾ ਨਾ ਹੀ ਮੀਂਹ ਪੈਂਦੇ ਆ, ਰੋਜ਼ ਹੀ ਬਦਲਦਾ ਰਹਿੰਦਾ ਮੌਸਮ। ਕਦੇ ਹਨੇਰੀ ਵਗਦੀ ਆ, ਕਦੇ ਹਨੇਰੀ ਦਾ ਜਿਹੜਾ ਵੇਗ ਆ ਘਟ ਜਾਂਦਾ, ਕਦੇ ਬਿਲਕੁਲ ਵੀ ਪੱਤਾ ਨਹੀਂ ਹਿਲਦਾ, ਇੰਨੀ ਗਰਮੀ ਹੁੰਦੀ। ਤਾਂ ਮੌਸਮ ਬਦਲਦਾ ਰਹਿੰਦਾ, ਪਰ ਇਹ ਚਾਹੁੰਦਾ ਕਿ ਮੀਂਹ ਪੈਂਦਾ ਰਹੇ। ਇਹ ਸਦਾ ਹੀ ਇੱਕੋ ਮੌਸਮ ਚਾਹੁੰਦਾ। ਚਾਤ੍ਰਿਕ ਚਿਤਵਤ ਬਰਸਤ ਮੇਹ, ਬਬੀਹਾ ਪ੍ਰਿਯੋ ਪ੍ਰਿਯੋ ਕਰੇ ਜਲ ਨਿਧ ਪ੍ਰੇਮ ਪਿਆਰ। ਇਹ ਸਦਾ ਹੀ ਮੀਂਹ ਮੰਗਦਾ, ਉਹਦੇ ਬਿਨਾਂ ਇਹਦਾ ਜੀ ਨਹੀਂ ਲੱਗਦਾ, ਦਿਲ ਨਹੀਂ ਲੱਗਦਾ। ਉਹ ਦੂਜੇ ਮੌਸਮ ਦੇ ਵਿੱਚ ਮੋਰ ਜਿਹੜੇ ਨੇ ਉਹ ਬੱਦਲਾਂ ਨੂੰ ਵੇਖ ਕੇ ਪਹਿਲਾਂ ਪਾਉਂਦੇ ਆ। ਹੁਣ ਤਾਂ ਇਹ ਪੰਛੀ ਨਹੀਂ ਵੇਖਣ ਨੂੰ ਮਿਲਦੇ। ਭਾਈ ਗੁਰਦਾਸ ਜੀ ਕਹਿੰਦੇ ਆ ਕਿ ਮੋਰ ਬਬੀਹੇ ਬੋਲਦੇ ਵੇਖ ਬੱਦਲ ਕਾਲੇ। ਉਹਨਾਂ ਦੀ ਇੱਕ ਵਾਰ ਆ, ਉਹਦੇ ਵਿੱਚ ਪੌੜੀ ਆ, ਮੋਰ ਬਬੀਹੇ ਬੋਲਦੇ ਵੇਖ ਬੱਦਲ ਕਾਲੇ। ਕਿਉਂਕਿ ਮੋਰ ਤੇ ਬਬੀਹਾ ਜਿਹੜਾ ਹੈ ਇਹ ਮੀਂਹ ਮੰਗਦੇ ਆ, ਇਹਨਾਂ ਨੂੰ ਵਧੀਆ ਲੱਗਦਾ ਮੌਸਮ। ਇਹ ਨੱਚਦੇ ਆ, ਪਹਿਲਾਂ ਪਾਉਂਦੇ ਆ ਮੋਰ, ਕਿੰਨਾਂ ਨੂੰ ਦੇਖ ਕੇ, ਕਾਲੀਆਂ ਘਟਾਵਾਂ ਨੂੰ ਵੇਖ ਕੇ ਮੀਂਹ ਵਾਲੇ ਮੌਸਮ ਦੇ ਵਿੱਚ। ਤਾਂ ਇਹਨਾਂ ਦੀ ਹੁਣ ਪ੍ਰੀਤ ਇਹ ਗੱਲ ਹੋ ਗਈ ਕਿ ਮੀਂਹ ਦੇ ਨਾਲ ਆ। ਤਾਂ ਗੱਲ ਤਾਂ ਗੁਰੂ ਸਾਹਿਬ ਰੂਹਾਨੀ ਕਰ ਰਹੇ ਆ, ਉਦਾਹਰਨ ਭਾਵੇਂ ਪੰਛੀਆਂ ਦੀ ਆ, ਗੱਲ ਰੱਬ ਦੀ ਹੋ ਰਹੀ ਆ। ਅਸੀਂ ਕਈ ਵਾਰੀ ਰੱਬ ਦੀ ਗੱਲ ਕਰ ਰਹੇ ਹੁੰਦੇ ਆ, ਪਰ ਉਹਦੇ ਵਿੱਚ ਵੀ ਲੋਕਾਂ ਦੀਆਂ ਗੱਲਾਂ ਆ ਜਾਂਦੀਆਂ। ਗੁਰੂ ਸਾਹਿਬ ਪੰਛੀਆਂ ਦੀਆਂ ਗੱਲਾਂ ਕਰਨਗੇ, ਉਹਦੇ ਵਿੱਚ ਵੀ ਰੱਬ ਵਾਲੀਆਂ ਗੱਲਾਂ ਨੇ। ਇਹ ਵੱਡੀ ਗੱਲ ਆ। ਅਤੇ ਉਹ ਜਿਹੜੇ ਹੁਣ ਮੋਰ ਅਤੇ ਪਪੀਹਾ ਪੰਛੀ ਆ, ਉਹ ਤਾਂ ਹੁਣ ਮੀਂਹ ਮੰਗਦੇ ਆ, ਸਦਾ ਹੀ ਚਾਹੁੰਦੇ ਆ ਮੀਂਹ ਪੈਂਦਾ ਰਹੇ। ਇੱਦਾਂ ਹੁੰਦਾ ਨਹੀਂ ਹੈਗਾ। ਹੁਣ ਜਦੋਂ ਮੀਂਹ ਨਹੀਂ ਪੈਂਦਾ, ਫਿਰ ਉਹ ਉਹਨੂੰ ਉਡੀਕਦੇ ਆ, ਰੀਝਾਂ ਲਾ ਕੇ ਬਬੀਹਾ ਉਡੀਕਦਾ ਹੈ ਮੀਂਹ ਨੂੰ। ਉਹਦੇ ਬਿਨਾਂ ਜਿਉਂਦਾ ਨਹੀਂ ਬਚ ਸਕਦਾ। ਕਿਰਪਾ ਸਿੰਧ ਕਰਨਾ ਪ੍ਰਭ ਧਾਰੋ, ਹਰ ਪ੍ਰੇਮ ਭਗਤ ਕੋ ਨੇ। ਇਹਦੇ ਵਿੱਚ ਅਗਲੇ ਅਰਥ ਪਏ ਆ ਗੁਰਬਾਣੀ ਦੀ ਪੰਕਤੀ ਵਿੱਚ ਕਿ ਹੇ ਵਾਹਿਗੁਰੂ ਮੇਰੇ 'ਤੇ ਕਿਰਪਾ ਕਰ, ਕਰਨਾ ਦੇ ਦਾਤੇ, ਮੇਰਾ ਵੀ ਤੇਰੇ ਨਾਲ ਪ੍ਰੇਮ ਇਉਂ ਬਣ ਜੇ ਜਿਵੇਂ ਇੱਕ ਮੋਰ ਦਾ ਬੱਦਲਾਂ ਨਾਲ, ਜਿਵੇਂ ਕਿ ਇੱਕ ਬਬੀਹੇ ਦਾ ਮੀਂਹ ਦੇ ਨਾਲ, ਜਿਵੇਂ ਕਿ ਇੱਕ ਮੱਛੀ ਦਾ ਪਾਣੀ ਨਾਲ, ਜਿਵੇਂ ਕਿ ਚਕੋਰ ਦਾ ਚੰਦ ਨਾਲ, ਜਿਵੇਂ ਕਿ ਤੀਰਥ ਕਰਨ ਵਾਲਾ ਵਿਅਕਤੀ ਉਹਦਾ ਤੀਰਥ ਨਾਲ, ਤੀਰਥਾਂ 'ਤੇ ਜਾਣ ਵਾਲਾ ਯਾਤਰੀ ਉਹਦਾ ਆਪਦੀ ਮੰਜ਼ਿਲ ਨਾਲ ਪਿਆਰ।
ਵੀ ਮੈਂ ਛੇਤੀ ਘਰੇ ਪਹੁੰਚਾਂ ਜਾਂ ਜਿੱਥੇ ਜਾਣਾ ਉੱਥੇ ਪਹੁੰਚਾਂ, ਇਵੇਂ ਮੇਰਾ ਪਿਆਰ ਹੋਵੇ। ਤਾਂ ਕਿਰਪਾ ਸਿੰਧ ਕਰਨਾ ਪ੍ਰਭ ਧਾਰੋ, ਹਰ ਪ੍ਰੇਮ ਭਗਤ ਕੋ ਨੇ। ਗੱਲ ਪੰਛੀਆਂ ਦੀ ਹੋ ਰਹੀ ਆ, ਗੱਲ ਜਾਨਵਰਾਂ ਦੀ ਹੋ ਰਹੀ ਆ, ਪਰ ਗੱਲ ਰੱਬ ਦੀ ਹੋ ਰਹੀ ਆ। ਉੱਪਰੋਂ ਲੱਗ ਰਿਹਾ ਕਿ ਪੰਛੀਆਂ ਦੀਆਂ ਗੱਲਾਂ ਨੇ, ਜਦੋਂ ਥੋੜ੍ਹੀ ਅਕਲ ਨੂੰ ਬਰੀਕ ਕਰਕੇ ਵੇਖੀਏ ਫਿਰ ਪਤਾ ਲੱਗਦਾ ਰੱਬ ਦੀਆਂ ਗੱਲਾਂ ਨੇ। ਬਾਣੀ ਪੜ੍ਹਦੇ ਹਾਂ, ਪਾਠ ਪੂਰਾ ਹੋ ਜਾਂਦਾ, ਪਤਾ ਨਹੀਂ ਲੱਗਦਾ। ਬਾਣੀ ਪੜ੍ਹਦੇ ਹਾਂ ਕਿ ਉਹਦੇ ਨਾਲ ਗੱਲਾਂ ਕਰਦੇ ਹਾਂ ਵਾਹਿਗੁਰੂ ਪਰਮੇਸ਼ਰ ਨਾਲ। ਇਹ ਗੱਲ ਥੋੜ੍ਹੀ ਜਿਹੀ ਅਵਸਥਾ ਉੱਚੀ ਆ। ਬਾਣੀ ਵੀ ਪੜ੍ਹਨੀ, ਉਹਦੇ ਨਾਲ ਗੱਲਾਂ ਵੀ ਕਰਨੀਆਂ। ਤਾਂ ਚਾਤ੍ਰਿਕ ਚਿਤਵਤ ਬਰਸਦ ਮੇ, ਚਾਤ੍ਰਿਕ, ਹੁਣ ਪਪੀਹੇ ਵਾਂਗ ਮੇਰੀ ਪ੍ਰੀਤ ਤੇਰੇ ਨਾਲ ਬਣੇ ਤੇ ਗੱਲ ਬਣੂਗੀ। ਵੈਸੇ ਮੈਂ ਗੁਟਕਾ ਸਾਹਿਬ ਹੱਥ 'ਚ ਫੜ ਲਿਆ, ਵੈਸੇ ਫੜ ਲਿਆ ਤੇ ਊਂ ਪਾਠ ਕਰੀ ਜਾਂਦਾ ਹਾਂ, ਤੇ ਇਹਦੇ ਨਾਲ ਕੋਈ ਗੱਲ ਨਹੀਂ ਬਣਨੀ। ਜੇ ਬਬੀਹੇ ਵਾਂਗ ਪ੍ਰੀਤ ਬਣੇ ਫਿਰ ਕਿਤੇ ਗੱਲ ਬਣੂਗੀ। ਉਸ ਤੋਂ ਬਾਅਦ ਮੋਰ ਵਾਂਗ ਪ੍ਰੀਤ ਬਣੇ ਤੇ ਗੱਲ ਬਣੂਗੀ। ਅਨਕ ਸੂਖ ਚੱਕ ਵੀ ਨਹੀਂ ਚਾਹਤ, ਆਨੰਦ ਪੂਰਨ ਪੇਖ ਦੇਹ। ਅੱਗੇ ਗੁਰੂ ਅਰਜਨ ਦੇਵ ਜੀ ਕਹਿੰਦੇ ਇੱਕ ਪੰਛੀ ਆ, ਉਹਨੂੰ ਚੱਕਵਾ ਕਹਿੰਦੇ ਜਾਂ ਚੱਕਵੀ ਕਹਿੰਦੇ ਆ। ਇਹ ਉਹਨਾਂ ਦੇ ਮੇਲ ਤੇ ਫੀਮੇਲ ਨੂੰ, ਜਿਵੇਂ ਕਿ ਇਸ ਤਰ੍ਹਾਂ ਆਪਾਂ ਦੋ ਨਾਵਾਂ ਦੇ ਨਾਲ ਬੁਲਾਉਂਦੇ ਹਾਂ, ਉਹਨਾਂ ਦੇ ਵਿੱਚ ਜੋ ਨੇ। ਕਹਿੰਦੇ ਜੇ ਤੁਸੀਂ ਚੱਕਵੀ ਨੂੰ ਲੈ ਆਓ ਘਰ ਦੇ ਵਿੱਚ, ਗੁਰੂ ਸਾਹਿਬ ਜੀ ਕਹਿੰਦੇ ਪੰਛੀ ਆ ਇਹ ਚੱਕਵੀ, ਇਹਨੂੰ ਕਹਿ ਦਿਓ ਵੀ ਤੈਨੂੰ ਹੋਰ ਚੀਜ਼ਾਂ ਦੇਵਾਂਗੇ ਖਾਣ ਪੀਣ ਨੂੰ, ਪਰ ਇਹ ਜੇ ਤੁਸੀਂ ਇਹਦੀ ਭਾਸ਼ਾ ਸਮਝ ਸਕੋ ਤੇ ਚੱਕਵੀ ਕਹੂਗੀ ਮੈਂ ਸੂਰਜ ਬਿਨਾਂ ਨਹੀਂ ਬਚ ਸਕਦੀ। ਜਿਹੜੀ ਪੰਛੀ ਆ ਚੱਕਵਾ, ਉਹ ਕਹੇਗਾ ਮੈਂ ਸੂਰਜ ਹੋਵੇ ਨਾ ਮੇਰੇ ਸਾਹਮਣੇ, ਹੋਰ ਨਹੀਂ ਮੈਨੂੰ ਕੁਝ ਚਾਹੀਦਾ, ਬਸ ਸੂਰਜ ਹੀ ਆ। ਸੂਰਜ ਹੋਵੇ ਭਾਵੇਂ ਰੋਟੀ ਨਾ ਹੋਵੇ, ਦਾਣਾ ਪਾਣੀ ਨਾ ਹੋਵੇ, ਪਰ ਮੈਂ ਸੂਰਜ ਬਿਨਾਂ ਨਹੀਂ ਬਚ ਸਕਦਾ। ਇਹ ਪੰਛੀ ਇਹੋ ਜਿਹਾ ਚੱਕਵਾ। ਜੇਕਰ ਮੈਨੂੰ ਤੁਸੀਂ ਦਾਣਾ ਪਾਣੀ ਦਿਓਗੇ, ਪਿੰਜਰੇ 'ਚ ਰੱਖੋਗੇ, ਪਰ ਸੂਰਜ ਨਹੀਂ ਦਿਖਾਵੋਗੇ, ਅੰਦਰ ਰੱਖੋਗੇ, ਫਿਰ ਮੈਂ ਮਰਦਾ ਹਾਂ। ਇੰਨੀ ਇਹਦੀ ਪ੍ਰੀਤ ਆ। ਗੁਰੂ ਸਾਹਿਬ ਜੀ ਨੇ ਉਹ ਪੰਛੀ ਲਏ ਆ ਜਿਨ੍ਹਾਂ ਦੀ ਪ੍ਰੀਤ ਬਹੁਤ ਆ, ਜਿਹੜੇ ਕਿ ਬਚਦੇ ਨਹੀਂ ਸੂਰਜ ਬਿਨਾਂ। ਬਬੀਹਾ ਜਿਹੜਾ ਬਚਦਾ ਨਹੀਂ ਸਵਾਤੀ ਬੂੰਦ ਬਿਨਾਂ। ਗੁਰੂ ਸਾਹਿਬ ਜੀ ਕਹਿੰਦੇ ਸਿੱਖਾ ਤੂੰ ਵੀ ਕਿਤੇ ਐਵੇਂ ਹੋ ਜੇ, ਗੁਰੂ ਵਾਸਤੇ ਤੇਰੀ ਪ੍ਰੀਤ ਇੰਨੀ ਹੋ ਜੇ। ਆਨ ਉਪਾਵ ਨ ਜੀਵਤ ਮੀਨਾ, ਬਿਨ ਜਲ ਮਰਨਾ ਤੇ। ਮੱਛੀ ਨੂੰ ਤੁਸੀਂ ਬਹੁਤ ਸੋਹਣੇ ਘਰ ਵਿੱਚ ਲੈ ਆਓ, ਪਰ ਜੇ ਪਾਣੀ ਨਾ ਹੋਇਆ, ਪਾਣੀ ਨਾ ਉਹਨੂੰ ਦਿੱਤਾ, ਮਰ ਜੂਗੀ ਉਹ। ਪਾਣੀ ਨਾਲ ਉਹਦੀ ਪ੍ਰੀਤ ਆ, ਪਾਣੀ ਤੋਂ ਬਿਨਾਂ ਜਿਉਂਦੀ ਨਹੀਂ ਰਹਿ ਸਕਦੀ ਉਹ। ਜਿੰਨਾ ਮਰਜ਼ੀ ਸੋਹਣਾ ਮਕਾਨ ਆ, ਜਿੰਨੇ ਮਰਜ਼ੀ ਸੋਨੇ ਦੇ ਡੱਬੇ 'ਚ ਭਾਵੇਂ ਉਹਨੂੰ ਪਾ ਦਿਓ, ਪਰ ਜੇ ਪਾਣੀ ਨਹੀਂ ਹੈਗਾ ਉਹ 'ਚ ਤਾਂ ਮਰ ਜੂਗੀ। ਇਸ ਕਰਕੇ ਉਹਦੇ ਨਾਲ ਪ੍ਰੀਤ ਬਣੀ ਹੋਈ ਆ। ਹੁਣ ਗੁਰੂ ਸਾਹਿਬ ਜੀ ਇੱਥੇ ਕਹਿਣਾ ਕੀ ਚਾਹੁੰਦੇ ਆ ਕਿ ਇਹ ਪ੍ਰੀਤ ਤੂੰ ਆਪਣੀ ਸਿੱਖਾ ਇਵੇਂ ਬਣਾ ਜਿਵੇਂ ਇਹਨਾਂ ਜਲ ਜੀਆਂ ਨੇ, ਜਿਵੇਂ ਇਹਨਾਂ ਉੱਡਣ ਵਾਲੇ ਪੰਛੀਆਂ ਨੇ ਪ੍ਰੀਤ ਬਣਾਈ ਹੋਈ ਆ ਹੋਰਾਂ ਚੀਜ਼ਾਂ ਨਾਲ। ਇਵੇਂ ਤੂੰ ਆਪਦੇ ਗੁਰੂ ਨਾਲ ਪ੍ਰੀਤ ਬਣਾ। ਹਮ ਅਨਾਥ ਨਾਥ ਹਰ ਸਰਣੀ, ਆਪਣੀ ਕਿਰਪਾ ਕਰਹਿ ਚਰਨ ਕਮਲ ਨਾਨਕ ਆਰਾਧੈ, ਤਿਸ ਬਿਨ ਆਨ ਨ ਕੈ। ਅਸੀਂ ਤਾਂ ਬਹੁਤ ਅਨਾਥ ਹਾਂ, ਨਾਥ ਹਰ ਸਰਣੀ, ਅਸੀਂ ਤਾਂ ਤੇਰੀ ਸ਼ਰਣੀ ਪਏ ਹਾਂ, ਆਪਣੀ ਕਿਰਪਾ ਕਰਹਿ। ਜਿਵੇਂ ਕਿ ਕੋਈ ਭੀਖ ਮੰਗਣ ਵਾਲਾ ਭਿਖਾਰੀ ਹੋਵੇ, ਭੀਖ ਮੰਗਣ ਵਾਲਾ ਕੋਈ ਭੀਖ ਮੰਗ ਰਿਹਾ, ਜੇ ਕੋਈ ਮੰਗਣ ਵਾਲੇ ਨੂੰ ਕੋਈ ਦੇ ਦਿੰਦਾ, ਭੀਖ ਖੈਰ ਪਾ ਦਿੰਦਾ, ਇਹ ਉਹਦੀ ਕਿਰਪਾ। ਤੇ ਇਹ ਉਹਦੇ ਵਿੱਚ ਉਹ ਬੰਦੇ ਦਾ ਕੁਝ ਨਹੀਂ ਜਿਹੜਾ ਮੰਗ ਰਿਹਾ ਹੈ। ਜਿਹਨੇ ਉੱਤੇ ਤਰਸ ਕਰਕੇ ਉਹਨੂੰ ਸਭ ਕੁਝ ਦੇਤਾ, ਉਹਦੀ ਕਰਨਾ ਹੈ, ਉਹਨੇ ਦੇਤਾ। ਮੰਗਣ ਵਾਲਾ ਜੇ ਕਹੇ ਮੇਰੇ ਕਰਕੇ ਮੈਨੂੰ ਚੀਜ਼ ਮਿਲੀ ਆ, ਨਹੀਂ, ਉਹ ਕਰੁਣਾ ਦੇ ਦਾਤੇ ਨੇ ਉਹਨੂੰ ਉਹ ਬਖਸ਼ੀ ਆ ਦਾਤ, ਉਹਦੇ ਤਰਸ ਕਰਕੇ ਉਹਨੂੰ ਮਿਲੀ ਆ। ਇਸ ਕਰਕੇ ਬਹੁਤ ਲੋਕ ਆ ਜਿਹੜੇ ਭੀਖ ਮੰਗਦੇ ਆ ਕਿ ਸਾਰਿਆਂ ਨੂੰ ਖੈਰ ਪੈ ਜਾਂਦੀ ਆ, ਨਹੀਂ, ਕਿਸੇ ਤੇ ਲੋਕ ਤਰਸ ਕਰਕੇ ਉਹਨੂੰ ਖੈਰ ਪਾ ਦਿੰਦੇ ਆ। ਇਹ ਦੁਨਿਆਵੀ ਗੱਲ ਆ। ਅਸੀਂ ਵੀ ਵਾਹਿਗੁਰੂ ਦੇ ਦਰ ਅੱਗੇ
ਜਨਮ ਲੈਣ ਤੋਂ ਪਹਿਲਾਂ, ਜਨਮ ਹੋਣ ਤੋਂ ਬਾਅਦ ਆਤਮਾ ਦੀ ਪਿਆਸ ਲਈ ਖੈਰ ਮੰਗਦੇ ਹਾਂ। ਵਿਰਲਾ ਹੁੰਦਾ ਜਿਹਦੇ ਅੱਗੇ ਇਹ ਦਾਤ ਉਹਨੂੰ ਨਸੀਬ ਹੁੰਦੀ ਹੈ, ਜਿਹਦੇ ਕਰਮਾਂ 'ਚ ਇਹ ਨਸੀਬ ਹੁੰਦੀ ਹੈ, ਭਾਗਾਂ ਵਿੱਚ ਜਿਹਦੇ ਲਿਖੀ ਹੁੰਦੀ ਹੈ। ਪਿਰਮ ਪਿਆਲਾ ਖਸਮ ਕਾ ਜੈ ਭਾਵੈ ਤੈ ਦੇ। ਤੇ ਬੰਦਾ ਕੁਝ ਪਾ ਕੇ ਜੇ ਕਹਿ ਦਵੇ ਇਹ ਮੇਰਾ ਹੈ, ਅਸਲ ਵਿੱਚ ਉਹਦਾ ਨਹੀਂ, ਇਹ ਤੂੰ ਭਿਖਾਰੀ ਸੀਗਾ, ਤੇਰੇ ਤੇ ਗੁਰੂ ਨੇ ਕਿਰਪਾ ਕਰਕੇ ਤੈਨੂੰ ਇਹ ਦਾਤ ਦਿੱਤੀ ਆ। ਮੰਗਣ ਵਾਲਾ ਸੀ ਤੂੰ, ਤਾਂ ਮੰਗਣ ਵਾਲਾ ਹੀ ਆ ਜੇ ਉਹਨੂੰ ਦੇਣ ਵਾਲਾ ਕੁਝ ਦੇਵੇ ਨਾ। ਦੇਣ ਵਾਲੇ ਨੇ ਤੈਨੂੰ ਦੇ ਦਿੱਤੀ ਦਾਤ, ਤੂੰ ਮੰਗਣ ਵਾਲਾ ਸੀ। ਉਹ ਤੋਂ ਲੈ ਕੇ ਜੇ ਤੂੰ ਕਵੇਂ ਇਹ ਮੇਰਾ, ਫਿਰ ਤੇਰੀ ਉਹ ਮੂਰਖਤਾ ਵਾ। ਹਮ ਭੀਖਕ ਭਿਖਾਰੀ ਤੇਰੇ, ਅਸੀਂ ਤਾਂ ਭਿਖਾਰੀ ਹਾਂ ਤੇਰੇ ਦਰ ਦੇ, ਤੂੰ ਨਿਜ ਪਤ ਹੈ ਦਾਤਾ। ਤੇਰੇ ਦਰ ਦੇ ਭਿਖਾਰੀਆਂ ਤੂੰ ਦਾਤਾ ਹੈ। ਹੋ ਦਇਆਲ ਨਾਮ ਦੇਹੋ ਮੰਗਤ ਜਨ ਕੋ, ਸਦਾ ਰਹੋ ਰੰਗ ਰਾਤਾ। ਮੈਨੂੰ ਆਪਣਾ ਨਾਮ ਦੇ। ਨਾਮ ਕਿਉਂ ਦੇ? ਹੁਣ ਸਵਾਲ ਇੱਥੇ ਪੈਦਾ ਹੁੰਦਾ, ਨਾਮ ਹੀ ਕਿਉਂ ਮੰਗ ਰਹੇ ਆ ਬਾਣੀ ਵਿੱਚ? ਨਾਮ ਹੀ ਕਿਉਂ ਮੰਗ ਰਹੇ ਆਪਾਂ ਕਹਾਂਗੇ, ਹੋਰ ਕੋਈ ਚੀਜ਼ ਕਿਉਂ ਨਹੀਂ ਮੰਗ ਰਹੇ? ਉਹਦਾ ਜਵਾਬ ਵੀ ਬਾਣੀ ਦਿੰਦੀ ਆ। ਮੈਂ ਕਿਆ ਮੰਗੂ ਕਿਛ ਥਿਰ ਨਾ ਰਹਾਈ। ਹੋਰ ਕਹਿੰਦੇ ਮੈਂ ਕੀ ਮੰਗਾ? ਤੂੰ ਪ੍ਰਭ ਦਾਤਾ ਦਾਨ ਮਤ ਪੂਰਾ। ਹਮ ਥਾਰੇ, ਅਸੀਂ ਤੇਰੇ ਭਿਖਾਰੀ ਜੀਓ। ਮੈਂ ਕਿਆ ਮੰਗੂ, ਮੈਂ ਹੋਰ ਕੀ ਮੰਗਾ? ਹਰ ਦੀਜੈ ਨਾਮ ਪਿਆਰੀ ਜੀਓ। ਮੈਂ ਨਾਮ ਹੀ ਮੰਗੂੰਗਾ। ਪੁੱਛਣ ਵਾਲੇ ਨੇ ਪੁੱਛਿਆ ਕਿਉਂ? ਨਾਮ ਹੀ ਕਿਉਂ? ਕਹਿੰਦੇ ਹੋਰ ਦੂਜੀਆਂ ਚੀਜ਼ਾਂ ਉਹ ਥਿਰ ਨਹੀਂ ਰਹਿੰਦੀਆਂ, ਸਦਾ ਨਹੀਂ ਰਹਿੰਦੀਆਂ, ਇਸ ਕਰਕੇ ਮੈਂ ਨਾਮ ਹੀ ਮੰਗਦਾ ਹਾਂ। ਮੈਂ ਕਿਆ ਮੰਗੂ ਕਿਛ ਥਿਰ ਨਾ ਰਹਾਈ, ਹਰ ਦੀਜੈ ਨਾਮ ਪਿਆਰੀ ਜੀ। ਤਾਂ ਇਹ ਵਾਲੀ ਤੜਫ ਗੁਰੂ ਸਾਹਿਬ ਜੀ ਨੇ ਦੱਸੀ ਆ। ਚਰਨ ਕਮਲ ਨਾਨਕੇ ਆਰਾਧੈ, ਤਿਸ ਬਿਨ ਆਨ ਨ ਕੇ। ਰੋਟੀ ਪਾਣੀ ਤਾਂ ਬੰਦੇ ਨੇ ਖਾਣਾ ਹੀ ਆ, ਪ੍ਰਸ਼ਾਦਾ ਪਾਣੀ ਤਾਂ ਛਕਣਾ ਹੀ ਆ, ਪਰਿਵਾਰ ਵੀ ਬੰਦੇ ਨੇ ਪਾਲਣਾ ਹੀ ਆ, ਅਤੇ ਜ਼ਿੰਮੇਵਾਰੀਆਂ ਵੀ ਅਸੀਂ ਨਿਭਾਉਣੀਆਂ ਹੀ ਆ। ਇਹ ਬਹੁਤ ਵਧੀਆ ਗੱਲਾਂ ਨੇ, ਅਤੇ ਸਾਰਿਆਂ ਦਾ ਖਿਆਲ ਘਰ ਦੇ ਜੀਆਂ ਦਾ ਰੱਖਣਾ ਵਾ ਕਿ ਜਦੋਂ ਕੋਈ ਬਿਮਾਰ ਹੋ ਜਾਏ ਉਹਨੂੰ ਦਵਾਈ ਵੀ ਲਿਆ ਕੇ ਦੇਣੀ ਆ, ਸਾਂਭ ਸੰਭਾਲ ਵੀ ਕਰਨੀ ਆ। ਹੁਣ ਇੱਦੋਂ ਇੱਕ ਹਟ ਕੇ ਗੱਲ ਆ, ਇਹ ਪੰਛੀ ਵੀ ਕਰਦੇ ਆ, ਜੋ ਆਪਾਂ ਕਹਿਤਾ ਪੰਛੀ ਵੀ ਇੱਦਾਂ ਕਰ ਲੈਂਦੇ ਆ। ਇੱਦੋਂ ਇੱਕ ਹਟ ਕੇ ਗੱਲ ਆ, ਉਹ ਇਹ ਆ ਕਿ ਸਿੱਖਾ ਤੂੰ ਐਵੇਂ ਪ੍ਰੀਤ ਬਣਾ ਗੁਰੂ ਦੇ ਨਾਲ ਜਿਵੇਂ ਕਿ ਚਾਤਰਿਕ ਦੀ ਆ, ਪਪੀਹੇ ਦੀ ਆ, ਪਾਣੀ ਨਾਲ, ਮੀਂਹ ਨਾਲ। ਉਹ ਚਾਹੁੰਦਾ ਮੀਂਹ ਪੈਂਦਾ ਰਹੇ। ਤੂੰ ਵੀ ਕਹਿ ਦੇ ਕਿ ਮੇਰੇ ਦਿਲ 'ਤੇ ਤੇਰੇ ਜਿਹੜੇ ਨਾਮ ਦੀ ਵਰਖਾ ਹੁੰਦੀ ਰਹੇ। ਪਪੀਹੇ ਦਾ ਸੁਭਾਅ ਇੱਦਾਂ ਦਾ, ਉਹ ਰੋਜ਼ ਮੀਂਹ ਮੰਗਦਾ। ਉਹਦੇ ਲਈ ਭਾਵੇਂ ਰੋਜ਼ ਮੀਂਹ ਪਈ ਚੱਲੇ, ਉਹਨੂੰ ਕੋਈ ਫਰਕ ਨਹੀਂ ਚਿੱਕੜ ਦੇ ਨਾਲ, ਭਾਵੇਂ ਗਲੀਆਂ 'ਚ ਪੂਰਾ ਗਾਰਾ ਹੋ ਜੇ, ਉਹਨੂੰ ਖੁਸ਼ੀ ਆ ਉਹ ਗੱਲ। ਤੂੰ ਵੀ ਸਿੱਖਾ ਕਹਿ ਪਪੀਹੇ ਵਾਂਗ ਬਾਣੀ ਮੇਰੇ ਦਿਲ 'ਤੇ ਵਰਖਾ ਹੁੰਦੀ ਰਹੇ। ਭਾਵੇਂ ਚਿੱਕੜ ਜਿਹੜਾ ਹੈ ਵਿਕਾਰਾਂ ਦਾ ਵੱਧ ਰਿਹਾ, ਪਰ ਉਹਦੇ ਨਾਲ ਤੈਨੂੰ ਕੋਈ ਫਰਕ ਨਹੀਂ ਫਿਰ, ਪਰ ਬਾਣੀ ਦੀ ਵਰਖਾ ਹੁੰਦੀ ਰਹੇ। ਇਸ ਕਰਕੇ ਫਿਰ ਤੂੰ ਮੋਰ ਵਾਂਗ ਕਹਿ ਦੇ ਕਿ ਬੱਦਲ ਸਦਾ ਹੀ ਹੁੰਦੇ ਰਹਿਣ। ਮੋਰ ਕਹਿੰਦਾ ਕਿ ਬੱਦਲ ਹੋਣ ਸਦਾ, ਮੈਂ ਪਹਿਲ ਪਾਵਾਂ, ਖੁਸ਼ ਹੁੰਦਾ। ਹੁਣ ਇਹ ਪੰਛੀ ਨਹੀਂ ਹੈਗਾ, ਪਰ ਅਜੇ ਵੀ ਜੰਗਲਾਂ ਵਿੱਚ ਹੈਗੇ ਆ, ਇਹਨਾਂ ਨੂੰ ਬਹੁਤ ਖੁਸ਼ੀ ਹੁੰਦੀ ਹੈ, ਪਹਿਲਾਂ ਪਾਉਂਦੇ ਆ। ਅਤੇ ਇਹ ਸਾਰੀਆਂ ਚੀਜ਼ਾਂ ਭਾਈ ਗੁਰਦਾਸ ਜੀ ਦੱਸਦੇ ਆ ਕਿ ਮੋਰ ਬਬੀਹੇ ਬੋਲਦੇ, ਵੇਖ ਬੱਦਲ ਕਾਲੇ, ਪਹਿਲਾਂ ਪਾਉਂਦੇ ਆ, ਨੱਚਦੇ ਗਾਉਂਦੇ ਆ। ਤੂੰ ਵੀ ਕਹਿ ਦੇ ਕਿ ਮੈਂ ਬਹੁਤ ਦੁੱਖਾਂ ਦਾ ਭਰਿਆ ਹੋਇਆ ਇੱਕ ਗੰਢ ਹਾਂ, ਪੰਡ ਹਾਂ ਦੁੱਖਾਂ ਵਾਲੀ। ਗੁਰੂ ਮਹਾਰਾਜ ਕਿਰਪਾ ਕਰ, ਮੇਰੇ 'ਤੇ ਆਪਣੀ ਵਰਖਾ ਕਰ ਨਾਮ ਦੀ, ਕਿਰਪਾ ਦਾ ਮੀਂਹ ਪਾ। ਇਹ ਬੱਦਲ ਮੇਰੇ 'ਤੇ ਸਦਾ ਹੀ ਬਣੇ ਰਹਿਣ, ਕਿਰਪਾ ਵਾਲੇ ਬੱਦਲ, ਫਿਰ ਮੈਂ ਖੁਸ਼ ਰਹਾਂਗਾ। ਅੱਗੇ ਉਹ ਕਹਿੰਦੇ ਜਿਹੜੀ ਪਾਣੀ ਵਿੱਚ ਰਹਿਣ ਵਾਲੀ ਮੱਛੀ ਆ, ਉਹਨੂੰ ਤੁਸੀਂ ਸੋਨੇ ਦੇ ਡੱਬੇ 'ਚ ਪਾ ਦਿਓ ਭਲਾਂ ਦੀ, ਪਾਣੀ ਨਾ ਹੋਇਆ ਮਰ ਜੂਗੀ। ਭਲਾਂ ਦੀ ਹੀਰਿਆਂ 'ਚ ਲਿਆ ਕੇ ਰੱਖ ਦਿਓ, ਮਰ ਜੂਗੀ। ਉਹਦੀ ਪਿਆਸ ਸਿਰਫ ਉਹਦੇ ਨਾਲ ਆ, ਪਾਣੀ ਨਾਲ। ਉਹਦੀ ਤੜਫ ਜਿਹੜੀ ਆ ਉਹ ਪਾਣੀ ਨਾਲ ਹੀ, ਪਾਣੀ ਬਿਨਾਂ ਨਹੀਂ ਉਹ ਜਿਉਂਦੀ ਰਹਿ ਸਕਦੀ। ਆਨ ਉਪਾਵ ਨਾ ਜੀਵਤ ਮੀਨਾ, ਹੋਰ ਕਿਸੇ ਢੰਗ ਨਾਲ ਤੁਸੀਂ ਮੱਛੀ ਨੂੰ ਜਿਉਂਦਾ ਨਹੀਂ ਰੱਖ ਸਕਦੇ ਜੇ ਪਾਣੀ ਨਾ ਦਿਓਗੇ ਉਹਨੂੰ। ਜਿੰਨੇ ਮਰਜ਼ੀ ਉਪਾਅ ਕਰ ਲਓ, ਉਹ ਮਰ ਜੂਗੀ। ਸਿੱਖਾ ਤੂੰ ਵੀ ਐਵੇਂ ਬਣ ਜੀ। ਇਹ ਵਾਲੀ ਅਵਸਥਾ ਨੂੰ ਇੱਕ ਬਾਣੀ 'ਚ ਪੰਕਤੀ ਵੀ ਆਉਂਦੀ ਆ ਕਿ ਜਿਉਂ ਪ੍ਰਾਣੀ ਜਲ ਬਿਨ ਹੈ ਮਰਤਾ,
ਤਿਉ ਸਿੱਖ ਗੁਰ ਬਿਨ ਮਰ ਜਾਈ। ਜਿਵੇਂ ਉਹਦੀ ਇਹ ਤਾਂ ਉਦਾਹਰਨਾਂ ਨੇ ਮੱਛੀ ਦੀਆਂ। ਗੁਰੂ ਸਾਹਿਬ ਜੀ ਲੱਗਦਾ ਆਪਾਂ ਨੂੰ ਪੰਛੀ ਦੀਆਂ ਗੱਲਾਂ ਕਰੀ ਜਾਂਦੇ ਆ, ਨਹੀਂ, ਉਹ ਰੂਹਾਨੀ ਗੱਲ ਕਰ ਰਹੇ ਆ। ਗੁਰੂ ਸਾਹਿਬ ਜੀ ਜਦੋਂ ਮੱਛੀ ਬਾਰੇ ਕਹਿੰਦੇ ਆ, ਪਪੀਹੇ ਬਾਰੇ ਕਹਿੰਦੇ ਆ, ਮੋਰ ਬਾਰੇ ਕਹਿੰਦੇ ਆ, ਜਾਂ ਚੱਕਵੀ ਚੱਕਵਾ ਉਹਦੇ ਬਾਰੇ ਕਹਿੰਦੇ ਆ ਜਿਹੜਾ ਸੂਰਜ ਬਿਨਾਂ ਨਹੀਂ ਬਚ ਸਕਦਾ, ਚਕੋਰ ਬਾਰੇ ਕਹਿੰਦੇ ਆ, ਉਹ ਅਸਲ 'ਚ ਮਨ ਤੇ ਰੱਬ ਬਾਰੇ ਕਹਿੰਦੇ ਆ। ਉੱਪਰੋਂ ਉੱਪਰੋਂ ਦੇ ਅਰਥ ਹੁੰਦੇ ਆ, ਇੱਕ ਅੱਖਰੀ ਅਰਥ ਹੁੰਦੇ ਆ, ਇੱਕ ਭਾਵ ਅਰਥ ਹੁੰਦੇ ਆ, ਇੱਕ ਉਦੋਂ ਵੀ ਉਹਦੇ ਜੈਸਾ ਹੋਣਾ ਹੁੰਦਾ, ਇਹ ਵੀ ਅਰਥ ਹੁੰਦੇ ਆ ਜ਼ਿੰਦਗੀ ਦੇ। ਤਾਂ ਵੈਸੇ ਸਾਨੂੰ ਲੱਗੀ ਜਾਂਦਾ ਹੁਣ ਮੋਰ ਦੀਆਂ ਗੱਲਾਂ ਕਰੀ ਜਾਂਦੇ ਆ, ਉਹ ਤਾਂ ਸਾਰੇ ਉਹਨੇ ਬਣਾਏ ਆ। ਮੋਰ ਵੀ ਉਹਨੇ ਸਾਜਿਆ ਹੈ, ਬਬੀਹਾ ਵੀ ਉਹਨੇ ਬਣਾਇਆ, ਮੱਛੀ ਵੀ ਉਹਨੇ ਬਣਾਈ ਆ। ਅਤੇ ਉਹ ਅਸਲ ਵਿੱਚ ਮਨ ਅਤੇ ਰੱਬ ਬਾਰੇ ਗੱਲ ਹੋ ਰਹੀ ਹੁੰਦੀ ਹੈ ਬਾਣੀ 'ਚ। ਇਹ ਸਾਰੀ ਰੂਹਾਨੀ ਬਾਣੀ ਆ, ਰੂਹਾਨੀਅਤ ਦਾ। ਤਾਂ ਹੁਣ ਜੋ ਗੁਰੂ ਸਾਹਿਬ ਜੀ ਕਹਿ ਰਹੇ ਆ ਉਹ ਇਹ ਆ ਕਿ ਅਸੀਂ ਤਾਂ ਤੇਰੇ ਦਰ ਦੇ ਭਿਖਾਰੀ ਹਾਂ, ਹਮ ਅਨਾਥ ਨਾਥ ਹਰ ਸਰਣੀ। ਅਸੀਂ ਤਾਂ ਹੈਗੇ ਹਾਂ ਤੇਰੇ ਭਿਖਾਰੀ। ਹੁਣ ਜੇ ਤੂੰ ਸਾਨੂੰ ਖੈਰ ਪਾ ਵੀ ਦਿੰਨਾ, ਉਹ ਖੈਰ ਤੇਰੀ ਆ ਪਾਈ ਹੋਈ, ਉਹਦੇ ਵਿੱਚ ਸਾਡਾ ਕੁਝ ਵੀ ਨਹੀਂ ਹੈਗਾ। ਕਦੇ ਕਦੇ ਸਦੀਆਂ ਬਾਅਦ ਕੋਈ ਬੰਦਾ ਪੈਦਾ ਹੁੰਦਾ, ਉਹ ਇਹ ਕਹਿੰਦਾ ਵਾ ਕਿ ਇਹ ਘਰ ਨਹੀਂ ਮੇਰਾ। ਇਹ ਵੀ ਹਜੇ ਇੰਨੀ ਉੱਚੀ ਗੱਲ ਨਹੀਂ ਕਹਿਣਾ, ਇਹ ਘਰ ਨਹੀਂ ਮੇਰਾ, ਇਹ ਪਰਿਵਾਰ ਨਹੀਂ ਮੇਰਾ। ਇੱਕ ਇਦੋਂ ਵੀ ਉੱਚੀ ਗੱਲ ਆ, ਉਹ ਇਹ ਆ ਵੀ ਇਹ ਸਰੀਰ ਵੀ ਨਹੀਂ ਮੇਰਾ। ਜੋ ਤਨ ਉਪਜਿਆ ਸੰਗ ਹੀ ਸੋ ਵੀ ਸੰਗ ਨਾ ਹੋਇਆ। ਇੱਕ ਤਾਂ ਉਹ ਆ ਜਦੋਂ ਘਰ ਵਿੱਚ ਕੋਈ ਲੜਾਈ ਹੋ ਗਈ, ਕਲੇਸ਼ ਹੋ ਗਿਆ, ਉਦੋਂ ਬੰਦਾ ਕਹਿ ਦਿੰਦਾ ਕੋਈ ਕਿਸੇ ਦਾ ਨਹੀਂ। ਇੱਕ ਤਾਂ ਇਵੇਂ ਕਹਿਣਾ ਹੁੰਦਾ, ਨਹੀਂ ਨਹੀਂ, ਇਹ ਤਾਂ ਕਲਪ ਕੇ ਬੰਦਾ ਕਹਿੰਦਾ। ਫਿਰ ਥੋੜ੍ਹੇ ਚਿਰ ਬਾਅਦ ਕਹਿ ਦੂਗਾ ਜਦੋਂ ਸੁਲ੍ਹਾ ਹੋ ਜੂ, ਨਹੀਂ ਨਹੀਂ, ਇਹ ਸਾਰੇ ਹੀ ਮੇਰੇ ਆ। ਇਵੇਂ ਨਹੀਂ। ਤੁਸੀਂ ਘਰ ਵਿੱਚ ਵੀ ਹੋ, ਰੇ ਮਨ ਐਸੋ ਕਰ ਸੰਨਿਆਸਾ, ਬਨ ਸੇ ਸਦਨ ਸਭੈ ਕਰ ਸਮਝੋ ਕਰ ਹੀ ਮਾਇ ਉਦਾਸਾ। ਤੁਸੀਂ ਤੁਹਾਡੀ ਕਿਸੇ ਨਾਲ ਕੋਈ ਲੜਾਈ ਵੀ ਨਹੀਂ, ਪਰ ਫਿਰ ਵੀ ਤੁਸੀਂ ਕਹਿ ਰਹੇ ਹੋ ਫਰਜ਼ ਨਿਭਾਉਂਦੇ ਹੋਏ ਕੋਈ ਕਿਸੇ ਦਾ ਨਹੀਂ। ਕਹਿਤ ਕਬੀਰ ਕੋਈ ਨਹੀਂ ਤੇਰਾ। ਤੁਸੀਂ ਕਹਿੰਦੇ ਹੋ ਬਸ ਇਹ ਸਰੀਰ ਵੀ ਨਹੀਂ ਮੇਰਾ ਹੈਗਾ, ਹੋਰ ਤਾਂ ਕਿਸੇ ਨੇ ਕਿਸੇ ਦਾ ਕੀ ਹੋਣਾ, ਇਹ ਪਿੰਡਾ ਵੀ ਨਹੀਂ ਮੇਰਾ। ਇਦੋਂ ਵੀ ਬਾਅਦ ਵਿੱਚ ਇਦੋਂ ਵੀ ਅਵਸਥਾ ਗੱਲ ਹੋ ਜਾਂਦੀ ਉੱਚੀ ਕਿ ਮੈਂ ਸਰੀਰ ਨਹੀਂ ਹੈਗਾ, ਮੈਂ ਕੁਝ ਹੋਰ ਹਾਂ, ਮੈਂ ਸਰੀਰ ਨਹੀਂ ਹਾਂ। ਅਤੇ ਸਰੀਰ ਜਿਹੜਾ ਹੈ ਉਹ ਮਰਦਾ ਅਤੇ ਆਤਮਾ ਕਦੇ ਨਹੀਂ ਮਰਦੀ। ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ, ਇਹ ਤੋਂ ਚਲਤ ਪਿਆ ਕੌਣ ਮੂਆ ਰੇ ਕੌਣ ਮੂਆ। ਅਸਲ ਵਿੱਚ ਮਰਿਆ ਕੌਣ ਪਤਾ ਕਰੋ। ਬ੍ਰਹਮ ਗਿਆਨੀ ਮਿਲ ਕੇ ਬੈਠੋ, ਵਿਚਾਰ ਕਰੋ ਕਿ ਆਤਮਾ ਤਾਂ ਕਦੇ ਮਰਦੀ ਨਹੀਂ, ਹੁਣ ਹੋਰ ਚੋਲਾ ਮਿਲ ਜੂਗਾ। ਸਰੀਰ ਮਰਦੇ ਆ, ਉਹ ਵੀ ਜਿਹੜੇ ਨੇ ਸਰੀਰ ਜਿਹੜੇ ਨੇ ਇੱਥੇ ਪਏ ਰਹਿ ਜਾਂਦੇ ਆ। ਇਸ ਕਰਕੇ ਘਰ ਜਿਹੜਾ ਹੈ ਇਹਦੀ ਤਾਂ ਗੱਲ ਛੱਡੋ, ਪਰਿਵਾਰ ਦੀ ਗੱਲ ਛੱਡੋ, ਪਿੰਡਾ ਵੀ ਨਹੀਂ ਤੇਰਾ। ਜੋ ਤਨ ਉਪਜਿਆ ਸੰਗ ਹੀ ਸੋ ਵੀ ਸੰਗ ਨਾ ਹੋਇਆ। ਇਹ ਗੁਰੂ ਸਾਹਿਬ ਜੀ ਕਹਿ ਰਹੇ ਆ। ਤਾਂ ਰੋਜ਼ਾਨਾ ਜਿਹੜੀ ਆਪਾਂ ਸਾਖੀ ਸਰਵਣ ਕਰਦੇ ਹਾਂ ਉਹ ਹੁਣ ਆਪ ਜੀ ਸਰਵਣ ਕਰੋ ਜੀ। ਦੀਨ ਦੁਨੀ ਦੇ ਪਾਤਸ਼ਾਹ ਜੀ ਦੁਨੀਆ ਨੂੰ ਤਾਰਦੇ ਹੋਏ ਇੱਕ ਅਜੀਬ ਜੀ ਤਰ੍ਹਾਂ ਦੀ ਨਗਰੀ ਸੀਗੀ, ਉੱਥੇ ਪਹੁੰਚ ਜਾਂਦੇ ਆ। ਭਾਈ ਮਰਦਾਨਾ ਜੀ ਨੂੰ ਉੱਥੋਂ ਦੀਆਂ ਜਿਹੜੀਆਂ ਇਸਤਰੀਆਂ ਨੇ, ਜਾਦੂਗਰਨੀਆਂ ਨੇ, ਉਹ ਭੇਡੂ ਬਣਾ ਲੈਂਦੀਆਂ। ਉਹਨਾਂ ਦੀ ਇੱਕ ਸਰਦਾਰਨੀ ਆ, ਉਹਦਾ ਨਾਮ ਨੂਰ ਸ਼ਾਹ ਹੈ, ਉਹਦਾ ਉੱਥੇ ਰਾਜ ਆ। ਰਾਜ ਉਹਦਾ ਵਾ ਨੂਰ ਸ਼ਾਹ ਦਾ, ਉਹਦੀ ਸਾਰੇ ਆਖੇ ਲੱਗਦੀਆਂ ਨੇ, ਉਹਦੇ ਕਹਿਣ ਅਨੁਸਾਰ ਸਭ ਕੁਝ ਆ। ਗੁਰੂ ਬਾਬਾ ਜੀ ਲੱਭਦੇ ਲੱਭਦੇ ਆਪਣੇ ਪਿਆਰੇ ਸਾਥੀ ਜੀ ਨੂੰ, ਭਾਈ ਜੀ ਨੂੰ ਪਹੁੰਚਦੇ ਆ ਉੱਥੇ। ਅਤੇ ਉਹ ਔਰਤ ਕਹਿ ਰਹੀ ਆ ਕਿ ਇੱਥੇ ਕੋਈ ਨਹੀਂ ਆਇਆ। ਗੁਰੂ ਸਾਹਿਬ ਜੀ ਕਹਿੰਦੇ ਨੇ ਉਹ ਤੇਰੇ ਘਰ ਵਿੱਚ ਹੀ ਹੈ, ਤੁਸੀਂ ਝੂਠ ਬੋਲ ਰਹੇ ਹੋ। ਕਹਿੰਦੀ ਤੁਸੀਂ ਜਾ ਕੇ ਦੇਖੋ, ਕੋਈ ਵੀ ਨਹੀਂ। ਕਿਉਂਕਿ ਉਹਨੂੰ ਯਕੀਨ ਆ ਕਿ ਮੈਂ ਤਾਂ ਉਹਨੂੰ ਜਾਨਵਰ ਬਣਾ ਦਿੱਤਾ, ਜੇ ਉਹ ਘਰ ਵਿੱਚ ਤਲਾਸ਼ੀ ਵੀ ਹੋਊਗੀ ਮਨੁੱਖ ਨੇ ਕਿਹੜਾ ਪਤਾ ਲੱਗਣਾ। ਗੁਰੂ ਸਾਹਿਬ ਜੀ ਜਾਂਦੇ ਆ ਅਤੇ ਇਸ ਤਰ੍ਹਾਂ ਫਿਰ ਵਾਹਿਗੁਰੂ ਆਖਦੇ ਆ। ਭਾਈ ਮਰਦਾਨਾ ਜੀ ਦਾ ਪਹਿਲਾਂ ਵਾਲਾ ਰੂਪ ਬਣਦਾ। ਫਿਰ ਉਹ ਔਰਤ ਖਿੱਝ ਜਾਂਦੀ ਆ ਕਿ ਇਹਨੇ ਤਾਂ ਮੇਰਾ ਜਿਹੜਾ ਤੰਤਰ ਮੰਤਰ ਸੀ ਫੇਲ ਕੀਤਾ। ਫਿਰ ਉਹ ਬਹੁਤ ਤਰ੍ਹਾਂ ਦੇ ਉਪਚਾਰ ਕਰਦੀਆਂ, ਪਰ ਗੁਰੂ ਸਾਹਿਬ 'ਤੇ ਕੁਝ ਵੀ ਨਹੀਂ ਚੱਲਦਾ ਉਹਨਾਂ ਦਾ, ਕੋਈ ਵੀ ਉਪਚਾਰ ਉਹਨਾਂ 'ਤੇ ਨਹੀਂ ਚੱਲਦਾ। ਫਿਰ ਉਹ ਆਪਦੀ ਸਰਦਾਰਨੀ ਕੋਲ ਜਾਂਦੀਆਂ ਅਤੇ ਕਹਿੰਦੀਆਂ ਨੇ ਇੱਥੇ ਕੋਈ ਮਹਾਂਪੁਰਖ ਆ ਗਿਆ ਆਪਣੇ ਇੱਥੇ ਦੇਸ਼ 'ਚ, ਅਤੇ ਸਾਡੇ ਤੋਂ ਕਾਬੂ 'ਚ ਨਹੀਂ ਆ ਰਿਹਾ ਉਹ।
ਸਗੋਂ ਉਹ ਜਿਹੜੀ ਇਸਤਰੀ ਆ ਉਹਨੇ ਸਿਰ ਤੇ ਘੜਾ ਰੱਖਿਆ, ਪਤਾ ਨਹੀਂ ਉਹਨੇ ਕੀ ਆਖਿਆ, ਉਹ ਘੜਾ ਉਹਦੇ ਸਿਰ ਨਾਲ ਚੁੰਬੜ ਗਿਆ, ਲੈ ਨਹੀਂ ਰਿਹਾ, ਦੁਖੀ ਹੋ ਰਹੀ ਆ। ਨੂਰ ਸ਼ਾਹ ਫਿਰ ਖੁਦ ਆਉਂਦੀ ਆ ਉੱਥੇ, ਗੁਰੂ ਸਾਹਿਬ ਜੀ ਨੂੰ ਕਹਿੰਦੀ ਆ ਕਿ ਕੌਣ ਹੋ ਤੁਸੀਂ, ਕਿਹੜੀ ਤਾਕਤ ਆ ਤੁਹਾਡੇ ਕੋਲੇ ਵੀ ਸਾਡੇ ਇਹ ਮੰਤਰ ਜਿਹੜੇ ਫੇਲ ਹੋ ਗਏ। ਉਹਨੇ ਸਾਰੀ ਪਹਿਲਾਂ ਵਾਹ ਲਾਈ ਆ, ਜਿਵੇਂ ਕਿ ਕਹਿੰਦੇ ਆ ਕਿ ਜਿਸ ਹੱਥ ਜ਼ੋਰ ਕਰ ਵੇਖੈ ਸੋਏ, ਜਿਹੜੇ ਬੰਦੇ ਕੋਲ ਜ਼ੋਰ ਆ, ਹੰਕਾਰ ਆ, ਉਹ ਤਾਂ ਫਿਰ ਲਾ ਕੇ ਵੇਖਦਾ ਹੀ ਆ ਕਰਕੇ। ਉਹਨੇ ਵੇਖਿਆ, ਹੁਣ ਪੇਸ਼ ਨਹੀਂ ਜਾਂਦੀ। ਇੱਥੇ ਬਾਬੇ ਨੇ ਇੱਕ ਬਹੁਤ ਸੋਹਣਾ ਸ਼ਬਦ ਉਚਾਰਿਆ, ਜਦੋਂ ਆਪਾਂ ਉਹਦੀ ਵਿਆਖਿਆ ਪੜ੍ਹਾਂਗੇ, ਬਹੁਤ ਸੋਹਣਾ ਸ੍ਰੀ ਰਾਗ ਦਾ ਸ਼ਬਦ ਆ ਉਹ। ਗੁਰੂ ਸਾਹਿਬ ਜੀ ਕਹਿਣ ਲੱਗੇ ਨੂਰ ਸ਼ਾਹ, ਤੇ ਉਹ ਕਹਿਣ ਲੱਗੀ ਇਹ ਮੇਰੀ ਜਿਹੜੀ ਇਸਤਰੀ ਹੈ ਇੱਥੇ ਸਾਡੇ ਰਹਿਣ ਵਾਲੀ, ਉਹ ਦੁਖੀ ਹੋ ਰਹੀ ਆ, ਉਹਦੇ ਸਿਰ ਤੇ ਘੜਾ ਕਿਉਂ ਇਦਾਂ ਲੱਗ ਗਿਆ, ਉਤਰ ਨਹੀਂ ਰਿਹਾ। ਗੁਰੂ ਸਾਹਿਬ ਕਹਿਣ ਲੱਗੇ ਪਹਿਲਾਂ ਵਾਹਿਗੁਰੂ ਕਵੇ ਇਹ ਘੜਾ ਉਤਰ ਜੂਗਾ, ਭਾਰ ਲੈ ਜੂ ਸਿਰ ਤੋਂ। ਉਹਨੇ ਵਾਹਿਗੁਰੂ ਕਿਹਾ ਤੇ ਘੜਾ ਲੈ ਗਿਆ। ਫਿਰ ਗੁਰੂ ਸਾਹਿਬ ਜੀ ਕਹਿਣ ਲੱਗੇ ਨੂਰ ਸ਼ਾਹ ਸੁਣ, ਇਹ ਤੇਰਾ ਜੀਵਨ ਸਹੀ ਨਹੀਂ ਹੈਗਾ। ਇੱਥੇ ਉਹਨੂੰ ਸੇਧ ਦਿੱਤੀ ਆ, ਗੱਲੀਂ ਅਸੀਂ ਚੰਗੀਆਂ, ਇਹ ਸ਼ਬਦ ਬਾਬੇ ਨੇ ਉੱਥੇ ਉਚਾਰਿਆ, ਗੱਲੀਂ ਅਸੀਂ ਚੰਗੀਆਂ ਆਚਾਰੀ ਬੁਰੀਆਂ। ਉਹ ਜਾਦੂਗਰਨੀ ਨੂੰ ਇਹ ਕਿਹਾ ਜਿਹਦਾ ਨਾਮ ਨੂਰ ਸ਼ਾਹ। ਕਹਿਣ ਲੱਗੇ ਨੂਰ ਸ਼ਾਹ, ਦੁਨੀਆ ਦੇ ਵਿੱਚ ਕੁਝ ਐਸੇ ਲੋਕ ਹੁੰਦੇ ਆ, ਉਹਨਾਂ ਦੀਆਂ ਸਿਰਫ ਗੱਲਾਂ ਹੀ ਚੰਗੀਆਂ ਹੁੰਦੀਆਂ, ਪਰ ਉਹ ਖੁਦ ਨਹੀਂ ਚੰਗੇ ਹੁੰਦੇ। ਗੱਲੀਂ ਅਸੀਂ ਚੰਗੀਆਂ। ਦੁਨੀਆ ਵਿੱਚ ਬਹੁਤ ਲੋਕ ਆ, ਤੁਸੀਂ ਵੇਖਿਓ, ਭਗਤ ਫਰੀਦ ਜੀ ਵਾਰ-ਵਾਰ ਇਹ ਕਹਿੰਦੇ ਆਪਦੇ ਸਲੋਕਾਂ 'ਚ, ਗੱਲੀਂ ਸੋ ਸੱਜਣ ਵੀ। ਗੱਲਾਂ ਵਾਲੇ ਬਹੁਤ ਲੋਕ ਨੇ, ਬਾਣੀ ਵਿੱਚ ਬਹੁਤ ਪੰਕਤੀਆਂ ਆਉਂਦੀਆਂ ਨੇ, ਗੱਲੀਂ ਜੋਗ ਨਾ ਹੋਈ। ਕੁਝ ਲੋਕਾਂ ਦੀਆਂ ਸਿਰਫ ਗੱਲਾਂ ਹੀ ਚੰਗੀਆਂ ਹੁੰਦੀਆਂ, ਕਦੇ ਕਦੇ ਹੁੰਦਾ ਕੁਝ ਲੋਕ ਖੁਦ ਵੀ ਚੰਗੇ ਹੁੰਦੇ ਆ। ਗੁਰੂ ਸਾਹਿਬ ਜੀ ਕਹਿਣ ਲੱਗੇ ਨੂਰ ਸ਼ਾਹ, ਗੱਲੀਂ ਅਸੀਂ ਚੰਗੀਆਂ, ਤੁਸੀਂ ਗੱਲਾਂ ਨਾਲ ਚੰਗੀਆਂ ਹੋ। ਜਦੋਂ ਕੋਈ ਆਉਂਦਾ ਇੱਥੇ, ਤੁਸੀਂ ਉਹਨੂੰ ਕਹਿੰਦੇ ਹੋ ਆਓ ਜੀ, ਬੈਠੋ ਜੀ, ਪਾਣੀ ਪੀਓ। ਭਾਈ ਮਰਦਾਨਾ ਜੀ ਨੂੰ ਵੀ ਐਵੇਂ ਹੀ ਕਿਹਾ ਉਹਨਾਂ ਨੇ, ਗੱਲਾਂ ਤੁਹਾਡੀਆਂ ਚੰਗੀਆਂ ਨੇ, ਆਚਾਰੀ ਬੁਰੀਆਂ, ਪਰ ਤੁਹਾਡਾ ਇਖਲਾਕ ਨਹੀਂ ਚੰਗਾ, ਤੁਹਾਡਾ ਕਰੈਕਟਰ ਨਹੀਂ ਚੰਗਾ, ਤੁਹਾਡਾ ਅੰਦਰ ਨਹੀਂ ਸੋਹਣਾ। ਗੱਲਾਂ ਹੀ ਚੰਗੀਆਂ ਨੇ। ਮਨੋ ਕੁਸੁੱਧਾਂ ਕਾਲੀਆਂ, ਬਾਹਰ ਚਟਵੀਆਂ। ਕੁਸੁੱਧਾ ਪਤਾ ਕਿਹਨੂੰ ਕਹਿੰਦੇ? ਖੋਟੇਪਣ। ਮਨ 'ਚ ਖੋਟਾ ਪਾਣਾ, ਤੁਹਾਡੇ ਮਨ ਕਾਲਾ, ਤੁਹਾਡਾ ਖੋਟਾ ਪਾਣਾ ਖਰਾ ਨਹੀਂ ਹੈਗਾ। ਇਸ ਕਰਕੇ ਤੁਹਾਨੂੰ ਫਿਰ ਇਹ ਚੀਜ਼ ਨੂੰ ਸਮਝਣਾ ਚਾਹੀਦਾ, ਮਨੋ ਕੁਸੁੱਧਾਂ ਕਾਲੀਆਂ, ਬਾਹਰ ਚਟਵੀਆਂ। ਤੁਸੀਂ ਬਾਹਰੋਂ ਹੀ ਇਕੱਲੀਆਂ ਨਿਰਮਲ ਹੋ, ਬਾਹਰ ਉਹਨਾਂ ਦੇ ਬਹੁਤ ਸੋਹਣੇ ਕੱਪੜੇ ਪਾਏ ਹੁੰਦੇ ਸੀ, ਪਰ ਮਨ ਕਰਕੇ ਉਹ ਬਹੁਤ ਮੈਲੀਆਂ ਸੀਗੀਆਂ, ਲੋਕਾਂ ਨੂੰ ਠੱਗਦੀਆਂ ਸੀ, ਇੱਦਾਂ ਭਰਮਾਂ 'ਚ ਪਾਉਂਦੀਆਂ ਸੀ। ਗੁਰੂ ਸਾਹਿਬ ਜੀ ਕਹਿੰਦੇ ਤੁਹਾਡੀਆਂ ਗੱਲਾਂ ਹੀ ਚੰਗੀਆਂ, ਪਰ ਤੁਸੀਂ ਚੰਗੀਆਂ ਨਹੀਂ ਹੈਗੀਆਂ। ਨੂਰ ਸ਼ਾਹ ਨੂੰ ਵੀ ਆਖਿਆ। ਹੁਣ ਉਹਨਾਂ ਬਾਰੇ ਕਹਿੰਦੇ ਨੇ, ਕਹਿੰਦੇ ਤੁਸੀਂ ਉਹਨਾਂ ਦੀਆਂ ਰੀਸਾਂ ਕਰਦੀਆਂ ਹੋ, ਰੀਸਾਂ ਕਰੇ ਤਨਾੜੀਆਂ ਜੋ ਸੇਵੈ ਦਰ ਖੜੀਆਂ। ਇੱਕ ਉਹ ਅਸਲੀ ਰੱਬ ਦੀਆਂ ਜਿਹੜੀਆਂ ਨੇ ਪਿਆਰ ਕਰਨ ਵਾਲੀਆਂ ਰੂਹਾਂ, ਤੁਸੀਂ ਉਹਨਾਂ ਦੀਆਂ ਰੀਸਾਂ ਕਰਦੀਆਂ ਹੋ ਜੋ ਸਦਾ ਹੀ ਉਹਨੂੰ ਯਾਦ ਕਰਦੀਆਂ ਨੇ, ਪਰ ਤੁਸੀਂ ਉਹ ਹੈ ਨਹੀਂ ਹੈਗੀਆਂ ਹਜੇ। ਹੁੰਦੈ ਤਾਣ ਨਿਤਾਣੀਆਂ, ਰਹਿ ਨ ਮਾਨਣੀਆਂ, ਨਾਲ ਖਸਮੈ ਰਤੀਆਂ, ਮਾਣੈ ਸੁਖ ਰਲੀਆਂ। ਜਿਹੜੀਆਂ ਸਦਾ ਹੀ ਆਪਣੇ ਕੰਤ ਨਾਲ ਜੁੜੀਆਂ ਰਹਿੰਦੀਆਂ। ਜਿਹੜੀ ਬਾਣੀ ਆ, ਬਾਣੀ ਵਿੱਚ ਜਿਹੜੀ ਸਾਡੀ ਆਤਮਾ, ਉਹਨੂੰ ਪਤਨੀ ਮੰਨਿਆ ਹੈ, ਤੇ ਜਿਹੜੇ ਵਾਹਿਗੁਰੂ ਪਰਮੇਸ਼ਰ ਆ, ਰੱਬ ਜੀ ਆ, ਉਹਨੂੰ ਪਤੀ ਮੰਨਿਆ, ਤਾਂ ਉਹਦੇ ਬਾਣੀ ਵਿੱਚ ਖਸਮ ਸ਼ਬਦ ਬਹੁਤ ਆਉਂਦਾ ਹੈ। ਖਸਮੈ, ਨਾਲ ਖਸਮੈ, ਜੈਸੀ ਮੈਂ ਆਵੇ ਖਸਮ ਕੀ ਬਾਣੀ। ਉਹਦੇ ਅਰਥ ਆ ਪਤੀ, ਉਹਦੇ ਅਰਥ ਆ ਕੰਤ, ਜਿਹੜੀਆਂ ਸਦਾ ਹੀ ਆਪਣੇ ਪਤੀ ਨਾਲ ਲੱਗੀਆਂ ਰਹਿੰਦੀਆਂ। ਭਾਵ ਕਿ ਜਿਹੜੀਆਂ ਸਦਾ ਹੀ ਆਤਮਾਵਾਂ, ਰੂਹਾਂ ਰੱਬ ਨੂੰ ਯਾਦ ਕਰਦੀਆਂ, ਤੇ ਉਹਨਾਂ ਦੇ ਵਾਂਗ ਤੁਸੀਂ ਬਣਨੀਆਂ ਚਾਹੁੰਦੀਆਂ, ਪਰ ਤੁਸੀਂ ਹਜੇ ਬਣ ਨਹੀਂ ਸਕਦੀਆਂ। ਤੁਸੀਂ ਬਾਹਰੋਂ ਹੋਰ ਹੋ ਤੇ ਅੰਦਰੋਂ ਹੋਰ ਹੋ। ਇਸ ਕਰਕੇ ਨਾਨਕ ਜਨਮ ਸਕਾਰਥਾ ਸੇ ਤਿਨ ਕੈ ਸੰਗ ਮਿਲਾ, ਹੁੰਦੈ ਤਾਣ ਨਿਤਾਣੀਆਂ, ਰਹੇ ਨ ਮਾਨਣੀਆਂ। ਜਿਸ ਬੰਦੇ ਕੋਲ ਤਾਣ ਹੋਵੇ, ਤਾਣ ਕਹਿੰਦੇ ਆ ਬਲ ਨੂੰ, ਤਾਣ ਹੋਵੇ, ਜ਼ੋਰ ਹੋਵੇ, ਫਿਰ ਵੀ ਉਹ ਨਿਮਾਣਾ ਰਵੇ, ਉਹ ਗੁਰੂ ਦਾ ਸਿੱਖ ਆ। ਜਿਸ ਬੰਦੇ ਕੋਲ ਬਹੁਤ ਕੋਈ ਪਾਵਰ ਆ, ਜ਼ਮੀਨ ਜਾਇਦਾਦ ਆ, ਮੰਨ ਲਓ ਉਦਾਹਰਨਾਂ ਇਹ ਨਿੱਕੀਆਂ ਨਿੱਕੀਆਂ, ਕੋਈ ਪਦਵੀ ਆ, ਕੋਈ ਉੱਚਾ ਰੁਤਬਾ,
ਕੋਈ ਗਿਆਨੀ ਆ, ਵਿਦਵਾਨ ਆ, ਪਰ ਫਿਰ ਵੀ ਉਹ ਨੀਵਾਂ ਨਾ। ਗੁਰੂ ਸਾਹਿਬ ਜੀ ਕਹਿੰਦੇ ਨੂਰ ਸ਼ਾਹ ਉਹ ਸਿੱਖ ਹੁੰਦਾ। ਹੁੰਦੇ ਤਾਣ ਨਿਤਾਣੀਆਂ, ਤਾਣ ਹੁੰਦੇ ਹੋਏ ਵੀ ਕੋਈ ਨਿਤਾਣਾ ਰਹਿ ਰਿਹਾ, ਕਿਸੇ 'ਚ ਸ਼ਕਤੀ ਆ। ਗੁਰੂ ਤੇਗ ਬਹਾਦਰ ਵਿੱਚ ਬਹੁਤ ਸ਼ਕਤੀ ਸੀਗੀ, ਚਾਹੁੰਦੇ ਸਭ ਕੁਝ ਖਤਮ ਕਰ ਦਿੰਦੇ ਦਿੱਲੀ ਨੂੰ, ਪਰ ਉਹਨਾਂ ਨੇ ਚੁੱਪਚਾਪ ਆਖਿਆ, ਸੀਸ ਅੱਗੇ ਕੀਤਾ, ਕਹਿੰਦੇ ਲਓ ਇਹੀ ਹੁਕਮ ਆਉਂਦਾ। ਚਾਹੁੰਦੇ ਸਭ ਕੁਝ ਕਰ ਸਕਦੇ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਚਾਹੁੰਦੇ ਸਭ ਕੁਝ ਕਰ ਸਕਦੇ, ਇੰਨੀਆਂ ਜੰਗਾਂ ਉਹਨਾਂ ਨੇ ਲੜੀਆਂ, ਹੁਕਮ ਸੀ ਉਹਦਾ। ਗੁਰੂ ਅਰਜਨ ਦੇਵ ਜੀ ਨੂੰ ਕਹਿਣ ਲੱਗੇ ਆ ਕੇ, ਸਾਈਂ ਮੀਆਂ ਮੀਰ ਜੀ, ਗੁਰੂ ਸਾਹਿਬ ਜੀ ਦੱਸੋ ਮੈਂ ਇੱਥੇ ਸਭ ਨੂੰ ਸਜ਼ਾ ਦੇਵਾਂ ਹੁਣੇ ਕਰਾਮਾਤ ਨਾਲ? ਗੁਰੂ ਸਾਹਿਬ ਜੀ ਕਹਿੰਦੇ ਨਹੀਂ ਸਾਈਂ ਜੀ, ਹੁਕਮ ਆ, ਬਸ ਹੁੰਦੇ ਤਾਣ ਨਿਤਾਣੀਆਂ, ਮੇਰੇ ਕੋਲ ਸਭ ਪਾਵਰ ਆ, ਪਰ ਮੈਂ ਫਿਰ ਵੀ ਨਿਮਾਣਾ ਰਹਿ ਰਿਹਾ। ਇਹਨੂੰ ਗੁਰੂ ਦਾ ਸਿੱਖ ਕਹਿੰਦੇ ਆ। ਇਹ ਪਰਿਭਾਸ਼ਾ ਹੈ। ਤੇ ਇਹਨੂੰ ਹੋਰ ਆਪਾਂ ਖੋਲ੍ਹਣਾ ਹੋਵੇ, ਮਤ ਹੁੰਦੀ ਹੋਏ ਨਿਤਾਣਾ, ਤਾਣ ਹੁੰਦੇ ਹੋਏ ਨਿਤਾਣਾ, ਅਣਹੋਂਦੇ ਆਪ ਵੰਡਾਏ, ਕੋ ਐਸਾ ਭਗਤ ਸਦਾਏ, ਇੱਕ ਫਿੱਕਾ ਨਾ ਗਾਲਾਏ, ਸਭਨਾ ਮੈਂ ਸੱਚਾ ਧਣੀ, ਹਿਆਉ ਨਾ ਠਾਹੇ ਕਹੀਦਾ। ਇਹ ਸਾਰੀਆਂ ਗੱਲਾਂ ਭਗਤ ਜੀ ਨੇ ਦੱਸੀਆਂ। ਮੇਰੇ ਕੋਲ ਕੋਈ ਪਾਵਰ ਆ, ਮੈਂ ਫਿਰ ਵੀ ਨੀਵਾਂ ਵਾਂ, ਮੈਂ ਡਾਊਨ ਟੂ ਅਰਥ ਹਾਂ, ਮੇਰੇ ਕੋਲ ਬਹੁਤ ਅਕਲ ਆ, ਪਰ ਫਿਰ ਵੀ ਮੈਂ ਕਹਿੰਦਾ ਕਿ ਮੇਰੇ ਗੁਰੂ ਦੀ ਬਖਸ਼ੀ ਆ। ਮੈਂ ਸਭ ਦਾ ਸਤਿਕਾਰ ਕਰਦਾ, ਮੈਂ ਸਭ ਨੂੰ ਮਿੱਠਾ ਬੋਲਦਾ। ਬਸ ਇਹੀ ਨਿਸ਼ਾਨੀਆਂ ਭਗਤਾਂ ਦੀਆਂ। ਨੂਰ ਸ਼ਾਹ ਫਿਰ ਜਿਹੜੀ ਸੀ, ਕਹਿਣ ਲੱਗੀ ਮਹਾਂਪੁਰਖੋ ਵਾਕਈ ਜ਼ਿੰਦਗੀ ਦਾ ਇਹੀ ਆ, ਪਹਿਲਾਂ ਤਾਂ ਝਾਕੀ ਮਾਰੀ ਆ ਸੀ, ਜ਼ਿੰਦਗੀ ਦੇ ਅਰਥ ਤਾਂ ਹੁਣ ਸਮਝ ਆਏ ਆ, ਕਿਰਪਾ ਕਰੋ ਮੇਰੇ ਤੇ। ਗੁਰੂ ਸਾਹਿਬ ਜੀ ਨੇ ਚਰਨਾਂ ਦੀ ਪੌਲ ਦਿੱਤੀ। ਉਹ ਜਾਦੂਗਰਨੀ ਜਿਹੜੀ ਲੋਕਾਂ ਨੂੰ ਵਹਿਮਾਂ 'ਚ ਪਾਉਂਦੀ ਸੀਗੀ, ਭਰਮਾਂ 'ਚ ਪਾਉਂਦੀ ਸੀ, ਉਹ ਗੁਰੂ ਦੀ ਸਿੱਖ ਬਣੀ। ਗੁਰੂ ਮਹਾਰਾਜ ਨੇ ਆਖਿਆ ਇੱਥੇ ਧਰਮਸਾਲ ਬਣਾਓ, ਉੱਥੇ ਧਰਮਸਾਲ ਬਣੀ। ਉਹ ਕਹਿੰਦੇ ਹੁਣ ਬਾਬਾ ਜੀ ਕੀ ਕਰਨਾ ਹੈ? ਬਾਬੇ ਨੂੰ ਆਖਿਆ, ਗੁਰੂ ਸਾਹਿਬ ਜੀ ਕਹਿੰਦੇ ਉਹਦਾ ਕੀਰਤਨ ਕਰੋ, ਉਹਦੇ ਗੀਤ ਗਾਓ। ਪਹਿਲਾਂ ਮੰਤਰਾਂ ਵਿੱਚ ਜ਼ਿੰਦਗੀ ਕੱਢਤੀ ਨਾ, ਇੰਨੀ 30-30 ਸਾਲ ਦੇ ਤੁਸੀਂ ਹੋ ਗਏ, ਹੁਣ ਤੁਸੀਂ ਉਹਦੇ ਗੀਤ ਗਾਓ। ਕਿਹਦੇ ਗੀਤ? ਨਾਨਕ ਭੌਜਲ ਪਾਰ ਪਰੈ ਜੋ ਗਾਵੇ ਪ੍ਰਭ ਕੇ ਗੀਤ। ਉੱਥੇ ਧਰਮਸ਼ਾਲਾ ਬਣਾਈ ਗੁਰੂ ਮਹਾਰਾਜ ਨੇ ਕਹਿ ਕੇ, ਉਹ 'ਚ ਫਿਰ ਕੀਰਤਨ ਹੋਣ ਲੱਗ ਗਿਆ। ਜਿਹੜੀਆਂ ਇਸਤਰੀਆਂ ਜਾਦੂ ਟੂਣਿਆਂ ਵਿੱਚ ਪਈਆਂ ਸੀ, ਉਹ ਵਾਹਿਗੁਰੂ ਦਾ ਸਿਮਰਨ ਕੀਤਾ ਉਹਨਾਂ ਨੇ, ਗੁਰੂ ਸਾਹਿਬ ਦੀਆਂ ਸਿੱਖ ਬਣੀਆਂ। ਅੱਜ ਉਹਨਾਂ ਦਾ ਨਾਮ ਇਤਿਹਾਸ 'ਚ ਦਰਜ ਆ। ਇਹਨੂੰ ਆਪਾਂ ਨੂਰ ਸ਼ਾਹ ਜਾਦੂਗਰਨੀ ਕਹਿੰਦੇ। ਉਹ ਤਾਂ ਉਹਨੇ ਬਾਬੇ ਦਾ ਕਹਿਣਾ ਮੰਨਿਆ, ਬਚਨ ਮੰਨਿਆ। ਗੁਰੂ ਸਾਹਿਬ ਕਿਰਪਾ ਕਰਨ, ਅੱਜ ਦੇ ਦੀਵਾਨ 'ਚ ਇਤਨਾ ਹੀ ਹੈ। ਸੋ ਅੱਗੇ ਗੁਰੂ ਸਾਹਿਬ ਜੀ ਹੋਰਾਂ ਥਾਵਾਂ 'ਤੇ ਜਾ ਕੇ ਕਿਵੇਂ ਉਹਨਾਂ ਨੇ ਆਪਦੇ ਸ਼ਬਦ ਨਾਲ ਬਦਲਿਆ ਸੀਗਾ। ਇਸ ਕਰਕੇ ਉਹ ਕਹਿੰਦੇ ਵੀ ਜ਼ਖਮੀ ਤਾਂ ਮੈਂ ਰਬਾਬ ਨਹੀਂ ਕਰ ਦਿੰਦਾ। ਜਿਹੜੀ ਸ਼੍ਰੀ ਸਾਹਿਬ ਆ ਉਹ ਤਾਂ ਮੈਂ ਰਬਾਬ ਦੀ ਰਾਖੀ ਲਈ ਰੱਖੀ ਆ। ਬੰਦੇ ਦੇ ਅੰਦਰ ਨੂੰ ਜਿਹੜਾ ਧੋਣਾ ਹੈ, ਇਨਸਾਨ ਦੇ ਅੰਦਰ ਨੂੰ ਬਦਲਣਾ, ਉਹ ਤਾਂ ਮੈਂ ਰਬਾਬ ਵਜਾ ਕੇ ਬਦਲ ਦਿੰਦਾ, ਸ਼ਬਦ ਗਾ ਕੇ। ਉਹ ਜਿਹੜੀ 10ਵੇਂ ਜਾਮੇ 'ਚ ਤਲਵਾਰ ਰੱਖੀ ਆ ਸ਼੍ਰੀ ਸਾਹਿਬ ਆ, ਉਹ ਤਾਂ ਇਹਦੀ ਰਾਖੀ ਲਈ ਆ, ਕਿ ਕੋਈ ਖੋਹ ਕੇ ਨਾ ਲੈ ਜੇ। ਬਦਲ ਰਬਾਬ ਹੀ ਦਿੰਦੀ ਆ। ਗੁਰੂ ਸਾਹਿਬ ਕਿਰਪਾ ਕਰਨ ਜੀ। ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਦਾ ਸਿਮਰਨ ਕਰੀਏ, ਸੋਹਣੇ ਜੀਵਨ ਵਾਲੇ ਬਣੀਏ ਜੀ। ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪਹਿਰਦਾ